भाई 4 फीट पर नल की टूटी है और उसके हुड में क्या धागा निकाल कर खुदकुशी कोई कर सकता है क्या? आप उसको मार सकते हैं, उससे किसी का गला घोट सकते हैं और पुलिस कस्टडी में मर जाता है। तो किस बात के लिए सस्पेंड किया गया? उनको तो अरेस्ट होना चाहिए। उसको बस लड़के का मर्डर हुआ है पुलिस स्टेशन में। ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਭਾਰਤ, ਇੱਥੇ ਇੱਕ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਦੋ ਅੱਡ-ਅੱਡ ਧਰਮਾਂ ਦੇ ਨੌਜਵਾਨ ਮੁੰਡੇ ਕੁੜੀਆਂ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਕਰਦੇ ਆ ਜਾਂ ਉਸ ਤੋਂ ਬਾਅਦ ਫਿਰ ਵਿਆਹ ਸ਼ਾਦੀ ਤੱਕ ਵੀ ਨੌਬਤ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਹੰਗਾਮਾ ਹੁੰਦਾ ਹੈ। ਮੈਂ ਬੇਨਤੀ ਕਰਾਂ ਕਿ ਅੱਜ ਆਪਾਂ ਇਸ ਮਾਮਲੇ ਦੇ ਉੱਪਰ ਗੱਲਬਾਤ ਨਹੀਂ ਕਰਨੀ ਹੈਗੀ ਕਿ ਕੀ ਇਹ ਵਾਜਬ ਹੈ ਜਾਂ ਕੀ ਇਹ ਵਾਜਬ ਨਹੀਂ ਹੈਗਾ। ਇਹ ਇੱਕ ਅੱਡ ਵਿਸ਼ਾ ਹੈਗਾ ਔਰ ਇਹਦੇ ਤੇ ਲੰਮੀ ਚੌੜੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ ਔਰ ਕਰਨਯੋਗ ਹੈ ਵੀ ਹੈ। ਮੈਂ ਬੇਨਤੀ ਕਰਾਂ ਅੱਜ ਆਪਾਂ ਇਸ ਤੋਂ ਹਟ ਕੇ ਕੋਈ ਹੋਰ ਗੱਲ ਜਿਹੜੀ ਆ ਉਹ ਕਰਨ ਜਾ ਰਹੇ ਹੈਗੇ ਆ। ਉਹ ਗੱਲ ਇਹ ਹੈ ਕਿ ਜਦੋਂ ਅੱਡ-ਅੱਡ ਧਰਮਾਂ ਦੇ ਨੌਜਵਾਨ ਮੁੰਡੇ ਕੁੜੀਆਂ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਆ ਜਾਂ ਉਸ ਤੋਂ ਬਾਅਦ ਫਿਰ ਵਿਆਹ ਸ਼ਾਦੀ ਦੀ ਉਹਨਾਂ ਦੀ ਨੌਬਤ ਆਉਂਦੀ ਹੈ ਤੇ ਬਹੁਤ ਜ਼ਿਆਦਾ ਹੰਗਾਮਾ ਹੁੰਦਾ ਹੈ। ਇਹ ਜਿਹੜਾ ਹੰਗਾਮਾ ਹੁੰਦਾ ਹੈਗਾ ਭਾਰਤ ਦੇ ਵਿੱਚ ਖਾਸ ਕਰਕੇ ਕਦੋਂ ਹੁੰਦਾ ਹੈਗਾ? ਜੇ ਕੋਈ ਇੱਕ ਧਰਮ ਦਾ ਨੌਜਵਾਨ ਮੁੰਡਾ ਕੁੜੀ ਆਪਣੇ ਹੀ ਧਰਮ ਦੇ ਨੌਜਵਾਨ ਮੁੰਡੇ ਕੁੜੀ ਦੇ ਨਾਲ ਕੋਈ ਆਨੰਦ ਕਾਰਜ ਕਰਾਉਂਦਾ, ਵਿਆਹ ਸ਼ਾਦੀ ਕਰਾਉਂਦਾ ਹੈਗਾ ਭਾਵ ਕਿ, ਤਾਂ ਇੰਨਾ ਜ਼ਿਆਦਾ ਰੌਲਾ ਨਹੀਂ ਪੈਂਦਾ। ਕਈ ਵਾਰ ਪਰਿਵਾਰ ਦੇ ਮੈਂਬਰ ਸਹਿਮਤ ਵੀ ਹੋ ਜਾਂਦੇ ਆ, ਉਸ ਧਰਮ ਦੇ ਬਹੁਤ ਸਾਰੇ ਲੋਕ ਵੀ ਸਹਿਮਤ ਹੋ ਜਾਂਦੇ ਆ ਵੀ ਚਲੋ ਕੋਈ ਏਡੀ ਗੱਲ ਨਹੀਂ ਹੈਗੀ ਵੀ ਆਪਣੇ ਹੀ ਧਰਮ ਦਾ ਹੈਗਾ, ਆਪਣੇ ਧਰਮ ਦੇ ਬੱਚੇ ਹੈਗੇ ਆ। ਪਰ ਤੁਸੀਂ ਵੇਖੋ ਕਿ ਇੱਥੇ ਜਿਹੜਾ ਜ਼ਿਆਦਾ ਹੰਗਾਮਾ ਹੁੰਦਾ ਉਹ ਕਦੋਂ ਹੁੰਦਾ? ਜਦੋਂ ਲੜਕਾ ਜਾਂ ਲੜਕੀ, ਖਾਸ ਕਰਕੇ ਜੇ ਲੜਕੀ ਹਿੰਦੂ ਪਰਿਵਾਰ ਦੇ ਵਿੱਚੋਂ ਹੈ ਤੇ ਲੜਕਾ ਮੁਸਲਮਾਨ ਪਰਿਵਾਰ ਦੇ ਵਿੱਚੋਂ ਹੈ ਭਾਵ ਕਿ ਮੁਸਲਮਾਨ ਹੈ, ਤਾਂ ਫਿਰ ਤਾਂ ਬਹੁਤ ਹੀ ਜ਼ਿਆਦਾ ਰੌਲਾ ਪੈਂਦਾ ਹੈਗਾ। ਬਹੁਤ ਜ਼ਿਆਦਾ ਰੌਲਾ ਪੈਣ ਦੀ ਵਜ੍ਹਾ ਇਹ ਹੈ ਕਿ ਸਮਾਜ ਦੇ ਵਿੱਚ ਕਿਸ ਕਿਸਮ ਦਾ ਉਹਨੂੰ ਪ੍ਰੋਪੇਗੰਡਾ ਕਹਿ ਲਓ, ਚਾਹੇ ਉਹਨੂੰ ਜੋ ਮਰਜ਼ੀ ਕਹਿ ਲਓ, ਵੀ ਉਹ ਇੱਕ ਗੱਲ ਫੈਲਾਈ ਹੋਈ ਹੈ ਕਿ ਮੁਸਲਮਾਨ ਧਰਮ ਦੇ ਜਿਹੜੇ ਲੋਕ ਹੈਗੇ ਨੇ ਵੀ ਉਹ ਆਪਣਾ ਧਰਮ ਵੱਧ ਤੋਂ ਵੱਧ ਫੈਲਾਉਣ ਦੇ ਵਾਸਤੇ ਯਤਨਸ਼ੀਲ ਰਹਿੰਦੇ ਨੇ ਅੱਡ-ਅੱਡ ਧਰਮਾਂ ਦੇ ਅੱਡ-ਅੱਡ ਢੰਗ ਤਰੀਕਿਆਂ ਦੇ ਨਾਲ। ਉਹਨਾਂ ਤਰੀਕਿਆਂ ਦੇ ਵਿੱਚ ਇੱਕ ਇਹ ਤਰੀਕਾ ਵੀ ਸ਼ਾਮਿਲ ਹੈ ਕਿ ਉਹ ਨੌਜਵਾਨ ਕਿਸੇ ਹੋਰ ਧਰਮ ਦੇ ਕੁੜੀਆਂ ਨੂੰ ਖਾਸ ਕਰਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ, ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਔਰ ਫਸਾਉਣ ਤੋਂ ਬਾਅਦ ਫਿਰ ਉਹ ਉਹਨਾਂ ਦੇ ਨਾਲ ਵਿਆਹ ਕਰਦੇ ਨੇ। ਲਵ ਜਿਹਾਦ ਇਉਂ ਕਹਿ ਲਓ ਵੀ ਆਪਣੇ ਪ੍ਰੇਮ ਜਾਲ ਦੇ ਵਿੱਚ ਉਹਨਾਂ ਨੂੰ ਫਸਾਉਂਦੇ ਆ ਤੇ ਫਸਾ ਕੇ ਫਿਰ ਉਹਨੂੰ ਕੁੜੀ ਨੂੰ ਫਿਰ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰਦੇ ਆ, ਉਹਦੇ ਨਾਲ ਵਿਆਹ ਸ਼ਾਦੀ ਕਰ ਲੈਂਦੇ ਆ ਵਗੈਰਾ ਵਗੈਰਾ। ਸੋ ਇਸ ਕਿਸਮ ਦੀ ਧਾਰਨਾ ਬਣਾਈ ਗਈ ਹੈ। ਉਹ ਵੀ ਇੱਕ ਅੱਡ ਵਿਸ਼ਾ ਹੈਗਾ। ਮੈਨੂੰ ਲੱਗਦਾ ਕਿ ਇਹਦੇ 'ਤੇ ਵੀ ਇੱਕ ਵੱਖਰੀ ਚਰਚਾ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਔਰ ਕਰਨੀ ਚਾਹੀਦੀ ਵੀ ਹੈ। ਇਹਨੂੰ ਚੰਗੀ ਤਰੀਕੇ ਦੇ ਨਾਲ, ਵਧੀਆ ਤਰੀਕੇ ਨਾਲ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਕਿ ਕੀ ਵਾਕਈ ਇੱਦਾਂ ਹੁੰਦੀ ਹੈ। ਜੇ ਇੱਦਾਂ ਹੁੰਦੀ ਹੈ ਤਾਂ ਕਿਉਂ ਹੁੰਦੀ ਹੈ? ਜੇ ਇੱਦਾਂ ਨਹੀਂ ਹੁੰਦੀ ਹੈ ਤਾਂ ਫਿਰ ਇਹ ਪ੍ਰੋਪੇਗੰਡਾ ਜਿਹੜਾ ਹੈਗਾ ਇਹ ਕਿਉਂ ਕੀਤਾ ਜਾਂਦਾ ਹੈਗਾ? ਇਹਦੇ ਵਿੱਚ ਕਿਹੜੇ ਲੋਕ ਨੇ, ਕਿਹੜੀਆਂ ਤਾਕਤਾਂ ਨੇ? ਖੈਰ, ਆਪਾਂ ਜਿਸ ਸੰਬੰਧ ਵਿੱਚ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਇੱਦਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਉੱਤਰ ਪ੍ਰਦੇਸ਼ ਦੇ ਵਿੱਚ, ਜਿੱਥੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ, ਜਿੱਥੇ BJP ਦੀ ਸਰਕਾਰ ਹੈ, ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਵੱਲੋਂ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ, ਇੱਦਾਂ ਦੇ ਦਾਅਵੇ ਕੀਤੇ ਜਾਂਦੇ ਸੀਗੇ, ਅੱਜ ਵੀ ਕੀਤੇ ਜਾਂਦੇ ਨੇ ਕਿ ਰਾਮ ਰਾਜ ਭਈ ਉੱਥੇ ਰਾਮ ਰਾਜ ਜਿਹੜਾ ਹੈਗਾ ਉਹ ਅਸੀਂ ਲਾਗੂ ਕਰ ਰਹੇ ਹਾਂ ਜਾਂ ਲਾਗੂ ਹੋ ਰਿਹਾ ਹੈਗਾ ਜਾਂ ਲਾਗੂ ਹੋ ਹੀ ਗਿਆ ਹੈਗਾ। ਸੋ ਉੱਥੇ ਅਸੀਂ ਬਹੁਤ ਵਧੀਆ ਤਰੀਕੇ ਦਾ ਇੱਕ ਸ਼ਾਸਨ ਆਪਣੇ ਮੁਲਕ ਦੇ, ਆਪਣੇ ਸੂਬੇ ਦੇ ਲੋਕਾਂ ਨੂੰ ਦੇ ਰਹੇ ਹਾਂ। ਇਸ ਕਿਸਮ ਦੇ ਉਹਨਾਂ ਲੋਕਾਂ ਦੇ ਵੱਲੋਂ, ਉਹਨਾਂ ਦੀਆਂ ਸਰਕਾਰਾਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਆ। ਸੋ ਉੱਤਰ ਪ੍ਰਦੇਸ਼ ਦੀ ਇਹ ਘਟਨਾ ਹੈਗੀ ਆ। ਉਸ ਘਟਨਾ ਦੇ ਵਿੱਚ ਇੱਕ 22 ਵਰ੍ਹਿਆਂ ਦਾ ਨੌਜਵਾਨ ਲੜਕਾ ਜਿਹਦਾ ਨਾਮ ਹੈਗਾ ਅਲਤਾਫ। ਸੋ ਉਹ ਅਲਤਾਫ ਜਿਹੜਾ ਹੈਗਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਵੇਂ ਪੱਥਰ ਹੁੰਦਾ ਹੈਗਾ ਜਾਂ ਟਾਈਲਾਂ ਵਗੈਰਾ ਲੱਗਦੀਆਂ ਨੇ ਫਰਸ਼ ਦੇ ਉੱਪਰ ਜਾਂ ਕੰਧਾਂ ਦੇ ਉੱਪਰ ਆਪਾਂ ਲਗਾਉਂਦੇ ਹਾਂ ਸਾਰੇ। ਸੋ ਉਸ ਕਿਸਮ ਦਾ ਕੰਮ ਉਹ ਕਰਦਾ ਸੀਗਾ, ਲੋਕਾਂ ਦੇ ਘਰਾਂ ਦੇ ਵਿੱਚ ਕੰਧਾਂ ਜਾਂ ਫਰਸ਼ ਦੇ ਉੱਤੇ ਟਾਈਲਾਂ ਲਗਾਉਣ ਦਾ ਕੰਮ ਕਰਦਾ ਸੀਗਾ। ਸੋ ਇਸੇ ਤਰੀਕੇ ਦੇ ਨਾਲ ਕਿਸੇ ਘਰ ਦੇ ਵਿੱਚ ਉਹ ਟਾਈਲਾਂ ਲਗਾਉਣ ਜਾਂਦਾ ਹੈਗਾ ਤੇ ਉਹ ਜੋ ਗੱਲ ਉੱਭਰ ਕੇ ਬਾਅਦ ਵਿੱਚ ਸਾਹਮਣੇ ਆਈ ਆ ਭਈ ਜਿਨ੍ਹਾਂ ਦੇ ਘਰ ਵਿੱਚ ਉਹ ਟਾਈਲਾਂ ਲਗਾਉਣ ਵਾਸਤੇ ਗਿਆ ਵੀ ਉਹਨਾਂ ਦੀ ਲੜਕੀ ਗਾਇਬ ਹੈ। ਉਹਨਾਂ ਨੂੰ ਇਹ ਹੋਇਆ ਵੀ ਇਹ ਜਿਹੜਾ ਮੁੰਡਾ ਹੈਗਾ ਸਾਡੇ ਘਰੇ ਟਾਈਲਾਂ ਲਾ ਕੇ ਗਿਆ ਸੀਗਾ, ਕਿਉਂਕਿ ਉਹ ਹਿੰਦੂ ਪਰਿਵਾਰ ਦੇ ਵਿੱਚ ਸੀਗੇ ਔਰ ਅਲਤਾਫ ਉਹਦੇ ਨਾਂ ਤੋਂ ਹੀ ਪਤਾ ਲੱਗਦਾ ਕਿ ਉਹ ਇੱਕ ਮੁਸਲਮਾਨ ਘਰਾਣੇ ਦੇ ਨਾਲ ਸੰਬੰਧ ਰੱਖਦਾ। ਸੋ ਉਹਨਾਂ ਨੂੰ ਇਹ ਸੰਦੇਹ ਹੋਇਆ ਕਿ ਸਾਡੀ ਕੁੜੀ ਦੇ ਨਾਲ ਉਹਦਾ ਕੋਈ ਚੱਕਰ ਹੈਗਾ ਆ। ਸੋ ਉਹ ਸਾਡੀ ਕੁੜੀ ਨੂੰ ਉਹਨੇ ਗੁੰਮਰਾਹ ਕਰ ਲਿਆ ਹੈਗਾ ਤੇ ਸਾਡੀ ਕੁੜੀ ਨੂੰ ਗੁੰਮਰਾਹ ਕਰਕੇ ਉਹ ਕਿਧਰੇ ਲੈ ਗਿਆ। ਸੋ ਇੱਕ ਪ੍ਰੇਮ ਸੰਬੰਧ ਦਾ ਇਹ ਮਾਮਲਾ ਹੈਗਾ ਜਿਹਦੀ ਮੈਂ ਗੱਲ ਕਰ ਰਿਹਾ ਹੈਗਾ। ਖੈਰ, ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਬਹੁਤ ਜ਼ਿਆਦਾ ਰੌਲਾ ਪਿਆ ਔਰ ਜਿਹੜੀ ਕੁਦਰਤੀ ਗੱਲ ਆ ਵੀ ਜਿਹੜੀ ਦੂਜੀ ਧਿਰ ਸੀਗੀ ਕੁੜੀ ਵਾਲੇ, ਉਹਨਾਂ ਦਾ ਇਹ ਕਰਨਾ ਬਣਦਾ ਸੀਗਾ ਵੀ ਚਲੋ ਵੀ ਤੁਸੀਂ ਤੁਹਾਡਾ ਮੁੰਡਾ ਜਿਹੜਾ ਹੈਗਾ ਸਾਡੀ ਕੁੜੀ ਨੂੰ ਗੁੰਮਰਾਹ ਕਰਦਾ ਹੈਗਾ ਜਾਂ ਜਿਵੇਂ ਆਮ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਹੀ ਹੈਗਾ। ਸੋ ਇਸ ਤਰੀਕੇ ਦੇ ਨਾਲ ਵੀ ਹੋਇਆ। ਹੁਣ ਉਹ ਜਿਹੜਾ ਸੀਗਾ ਮੂਹਰੇ ਗਰੀਬ ਪਰਿਵਾਰ ਹੈ, ਕਿਉਂਕਿ ਲੋਕਾਂ ਦੇ ਘਰਾਂ ਵਿੱਚ ਟਾਈਲਾਂ ਲਾਉਣ ਦਾ ਕੰਮ ਕਰਦਾ ਹੈ, ਮਿਹਨਤ ਕਰਦਾ, ਮਜ਼ਦੂਰੀ ਕਰਦਾ ਹੈ। ਘਰ ਦੇ ਹਾਲਾਤ ਵੀ ਕੋਈ ਬਹੁਤ ਵਧੀਆ ਨਹੀਂ ਹੈਗੇ, ਆਰਥਿਕ ਤੌਰ ਦੇ ਉੱਪਰ ਵੀ ਉਹ ਕਮਜ਼ੋਰ ਹੈ ਔਰ ਦੂਜਾ
ਫਿਰ ਉਹ ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਦਾ ਹੈਗਾ। ਇਸ ਮੁਲਕ ਦੇ ਵਿੱਚ ਘੱਟ ਗਿਣਤੀ ਕੌਮਾਂ ਦੇ ਨਾਲ ਸੰਬੰਧ ਰੱਖਣ ਵਾਲਾ ਉਹ ਨੌਜਵਾਨ। ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਵਾਪਰਦਾ ਹੈਗਾ ਤੇ ਫਿਰ ਥਾਣੇ ਤੱਕ ਵੀ ਗੱਲ ਪਹੁੰਚਦੀ ਹੈ, ਜਦੋਂ ਪੁਲਿਸ ਸਟੇਸ਼ਨ ਤੱਕ ਵੀ ਗੱਲ ਪਹੁੰਚਦੀ ਹੈ, ਪੁਲਿਸ ਵੀ ਵਿੱਚ ਇਨਵੋਲਵ ਹੁੰਦੀ ਹੈ। ਤੇ ਜਿਹੜਾ ਉਹ ਲੜਕਾ ਹੈਗਾ ਅਲਤਾਫ, ਉਸ ਲੜਕੇ ਦਾ ਪਿਤਾ ਉਹਨੂੰ ਆਪ ਲੈ ਕੇ ਜਾਂਦਾ ਪੁਲਿਸ ਸਟੇਸ਼ਨ ਵੀ ਜੇ ਮੇਰਾ ਮੁੰਡਾ ਦੋਸ਼ੀ ਹੈ ਤੇ ਆਹ ਲਓ ਜੀ ਮੈਂ ਆਪਣੇ ਮੁੰਡੇ ਨੂੰ ਤੁਹਾਡੇ ਕੋਲ ਲੈ ਕੇ ਆਇਆ। ਖੈਰ ਕਹਾਣੀ ਬਹੁਤ ਲੰਮੀ ਚੌੜੀ ਹੈਗੀ ਆ। ਉਸ ਤੋਂ ਬਾਅਦ ਉਸ ਮੁੰਡੇ ਨੂੰ ਪੁਲਿਸ ਆਪਣੇ ਹਿਰਾਸਤ ਵਿੱਚ ਲੈ ਲੈਂਦੀ ਹੈ। ਹਿਰਾਸਤ ਵਿੱਚ ਲੈਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਉਹਦੀ ਮੌਤ ਦੀ ਵਜ੍ਹਾ ਜਿਹੜੀ ਹੈਗੀ ਆ ਪੁਲਿਸ ਵੱਲੋਂ ਜੋ ਕਹਾਣੀ ਦੱਸੀ ਜਾ ਰਹੀ ਆ ਉਹ ਇਹ ਹੈ ਕਿ ਹਵਾਲਾਤ ਤੋਂ ਉਹਨੇ ਕਿਹਾ ਕਿ ਮੈਂ ਵਾਸ਼ਰੂਮ ਜਾਣਾ ਹੈਗਾ ਤੇ ਉਹਨੂੰ ਫਿਰ ਜਦੋਂ ਟਾਇਲਟ ਲੈ ਕੇ ਗਏ ਤੇ ਟਾਇਲਟ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜੀਆਂ ਗੱਲਾਂ ਬਾਅਦ ਵਿੱਚ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਜਾਂ ਹੁਣ ਜਿਹੜੇ ਸਬੂਤ ਜਾਂ ਤੱਥ ਇਕੱਠੇ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਜੋ ਗੱਲ ਸਾਹਮਣੇ ਆ ਰਹੀ ਹੈ, ਧਰਤੀ ਤੋਂ ਜ਼ਮੀਨ ਤੋਂ ਕਹਿ ਲਓ ਫਰਸ਼ ਤੋਂ ਤਕਰੀਬਨ 2 ਫੁੱਟ ਉੱਚੀ ਟੂਟੀ ਲੱਗੀ ਹੋਈ ਹੈ ਜੀ। ਉਹ ਕੇਵਲ 2 ਫੁੱਟ ਉੱਚੀ ਟੂਟੀ ਹੈ। ਕੇਵਲ 2 ਫੁੱਟ ਉੱਚੀ ਟੂਟੀ ਦੇ ਨਾਲ ਭਲਾ ਕੋਈ ਕਿੱਦਾਂ ਸੁਸਾਈਡ ਕਰ ਸਕਦਾ ਹੈ। ਪਰ ਉਹਨਾਂ ਵੱਲੋਂ ਇਹ ਕਹਾਣੀ ਬਣਾਈ ਗਈ ਹੈ ਪੁਲਿਸ ਦੇ ਵੱਲੋਂ ਜੋ ਦੱਸਿਆ ਗਿਆ ਹੈਗਾ। ਬਾਕੀ ਵਾਹਿਗੁਰੂ ਜਾਣੇ ਜਦੋਂ ਜਾਂਚ ਪੜਤਾਲ ਹੋਊਗੀ ਤਾਂ ਫਿਰ ਗੱਲ ਸਾਹਮਣੇ ਆਊਗੀ। ਹਾਲਾਂਕਿ ਇਹਦੇ ਤੇ ਰਾਜਨੀਤੀ ਵੀ ਹੋ ਰਹੀ ਹੈ। ਯੂਪੀ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈਗੀ ਆ ਕਾਂਗਰਸ ਪਾਰਟੀ ਕਹਿ ਲਓ ਜਾਂ ਅਸਦੁਦੀਨ ਓਵੈਸੀ ਹੋ ਗਿਆ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਸਰਾਸਰ ਗਲਤ ਹੈਗਾ ਵੀ ਇਹ ਨਹੀਂ ਹੈਗਾ, ਇਦਾਂ ਨਹੀਂ ਹੋਇਆ ਹੈਗਾ ਵੀ ਉਹਨੇ ਸੁਸਾਈਡ ਕਰ ਲਿਆ ਹੈਗਾ, ਵੀ ਉਹਦਾ ਕਤਲ ਕੀਤਾ ਗਿਆ ਹੈਗਾ ਪੁਲਿਸ ਹਿਰਾਸਤ ਦੇ ਵਿੱਚ। ਉਹਨਾਂ ਵੱਲੋਂ ਇਹ ਇਦਾਂ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਬਾਅਦ ਵਿੱਚ ਤੁਹਾਨੂੰ ਉਹ ਵੀ ਗੱਲ ਸੁਣਾਉਂਗਾ ਅਸਦੁਦੀਨ ਓਵੈਸੀ ਹੋਣਾ ਦਾ ਕੀ ਕਹਿਣਾ ਹੈਗਾ। ਖੈਰ ਉਸ ਤੋਂ ਬਾਅਦ 2 ਫੁੱਟ ਦੀ ਜ਼ਮੀਨ ਤੋਂ ਕੇਵਲ 2 ਫੁੱਟ। ਹੁਣ ਬੰਦੇ ਦੀ ਹਾਈਟ ਕਿੰਨੀ ਹੁੰਦੀ ਆ, ਨੌਜਵਾਨ ਦੀ ਹਾਈਟ ਕਿੰਨੀ ਆ? ਘੱਟੋ ਘੱਟ 5 ਫੁੱਟ ਤੇ ਹਾਈਟ ਉਹਦੀ ਹੋਏਗੀ ਨਾ। ਹੁਣ 5 ਫੁੱਟ ਦੀ ਹਾਈਟ ਵਾਲਾ ਨੌਜਵਾਨ ਕੇਵਲ ਹੁਣ ਹਾਈਟ ਇੰਨੀ ਹੈ ਤੇ ਇੰਨੀ ਉੱਚੀ ਟੂਟੀ ਦੇ ਨਾਲ ਭਲਾ ਉਹ ਕਿੱਦਾਂ ਆਤਮ ਹੱਤਿਆ ਕਰ ਸਕਦਾ। ਖੈਰ ਉਹਨਾਂ ਵੱਲੋਂ ਜਿਹੜੇ ਉੱਥੋਂ ਦੇ ਐਸਪੀ ਹੈਗੇ ਨੇ ਉਹਨਾਂ ਨੇ ਇਹ ਦੱਸਿਆ, ਉਹ ਕਹਿੰਦੇ ਵੀ ਜਿਹੜੀ ਉਹਨੇ ਜੈਕਟ ਪਾਈ ਹੋਈ ਸੀਗੀ, ਜੈਕਟ ਦੇ ਵਿੱਚ ਇੱਥੇ ਇੱਕ ਡੋਰੀ ਹੁੰਦੀ ਹੈਗੀ ਆ ਵੀ ਉਹਨੇ ਡੋਰੀ ਖਿੱਚੀ, ਡੋਰੀ ਕੱਢ ਕੇ ਉਸ ਟੂਟੀ ਦੇ ਨਾਲ ਲਪੇਟ ਕੇ ਤੇ ਆਪਣੇ ਗਲ ਦੇ ਵਿੱਚ ਪਾ ਕੇ ਤੇ ਇਸ ਤਰੀਕੇ ਦੇ ਨਾਲ ਉਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਫਿਰ ਉਹ ਕਾਮਯਾਬ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਉਹਨੇ ਸੁਸਾਈਡ ਕਰ ਲਿਆ, ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਹੁਣ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈਗੀ ਆ ਉਹ ਵੀ ਆ ਚੁੱਕੀ ਹੈ। ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਹੈ। ਮੈਂ ਜਿਹੜੀ ਖਬਰ ਹੈਗੀ ਆ ਉੱਥੋਂ, ਕਿਉਂਕਿ ਉਧਰਲਾ ਮਾਮਲਾ ਹੈਗਾ ਇਸ ਕਰਕੇ ਇੱਧਰ ਸਾਡੇ ਪੰਜਾਬ ਦੇ ਵਿੱਚ ਜ਼ਿਆਦਾ ਇਸ ਖਬਰ ਨੂੰ ਤਵੱਜੋ ਨਹੀਂ ਦਿੱਤੀ ਗਈ ਹੈਗੀ। ਹਿੰਦੀ ਦੇ ਵਿੱਚ ਖਬਰਾਂ ਉੱਥੇ ਜ਼ਿਆਦਾਤਰ ਆਈਆਂ ਨੇ। ਮੈਂ ਤੁਹਾਨੂੰ ਖਬਰ ਥੋੜ੍ਹੀ ਜਿਹੀ ਪੜ੍ਹ ਕੇ ਸੁਣਾ ਦਿੰਦਾ, ਥੋੜ੍ਹਾ ਜਿਹਾ ਹੋਰ ਕਲੀਅਰ ਹੋ ਜਾਊਗਾ। ਫਿਰ ਆਪਾਂ 2-4 ਗੱਲਾਂ ਹੈਗੀਆਂ ਨੇ ਉਹ ਵੀ ਆਪਾਂ ਜ਼ਰੂਰ ਕਰਾਂਗੇ, ਕਿਉਂਕਿ ਥਾਣਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੁਲਿਸ ਦੀ ਹਿਰਾਸਤ ਦੇ ਵਿੱਚ ਕਿਸੇ ਦੀ ਡੈਥ ਹੋ ਜਾਣੀ ਜਾਂ ਕਿਸੇ ਦੀ ਮੌਤ ਹੋ ਜਾਣੀ, ਸੁਸਾਈਡ ਕਰ ਲੈਣਾ ਜਾਂ ਸੁਸਾਈਡ ਕਰ ਲੈਣ ਵਾਸਤੇ ਮਜਬੂਰ ਕਰ ਦੇਣਾ ਜਾਂ ਪੁਲਿਸ ਦੇ ਵੱਲੋਂ ਹੀ ਇਦਾਂ ਦਾ ਕੁਝ ਕਰ ਦੇਣਾ, ਇਹ ਮਾਮਲਾ ਕੋਈ ਪਹਿਲਾਂ ਨਹੀਂ ਹੈਗਾ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਨੇ ਜਿੱਥੇ ਇਸ ਕਿਸਮ ਦੇ ਹਾਦਸੇ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਦੇਖਣ ਨੂੰ ਮਿਲਦੇ ਹੈਗੇ। ਖੈਰ ਚਲੋ ਆਪਾਂ ਪਹਿਲਾਂ ਖਬਰ ਪੜ੍ਹ ਲੈਂਦੇ ਹਾਂ ਥੋੜ੍ਹੀ ਜਿਹੀ। कासगंज उत्तर प्रदेश के विच पैंदा कासगंज में पुलिस हिरासत के दौरान अल्ताफ की मौत मामले में पोस्टमार्टम रिपोर्ट सामने आई है। इस रिपोर्ट में अल्ताफ के मौत की वजह फांसी बताई गई है। वहीं एसपी कासगंज रोहन बोत्रे के मुताबिक पुलिस हिरासत में युवक ने टॉयलेट में सुसाइड कर लिया। इस मामले में 5 पुलिसकर्मी सस्पेंड किए गए हैं। एसएसपी विभागीय जांच सौंपी गई है। वहीं एसडीएम पटियाली मैजिस्ट्रियल जांच कर रिपोर्ट सौंपेंगे। गौरतलब है कि कासगंज के थाना कोतवाली में पुलिस हिरासत में मौत मामले ने अब तूल पकड़ लिया है। साथ ही मामले को लेकर अब राजनीति भी शुरू हो रही है। यूपी की योगी सरकार विपक्ष के निशाने पर है। कुदरती गल है हुणे ही सीगा इदां विपक्ष के निशाने के उपर। वहीं मृतक के परिवारजनों का रो रो कर बुरा हाल है। मृतक की मां का रो रो कर बुरा हाल है। अल्ताफ की मां शबनम का आरोप है कि पुलिस ने उसके बेटे की हत्या की है। अल्ताफ घरों में टाइल्स लगाने का काम करता था। कभी पुलिस से वास्ता नहीं पड़ा। जिस घर से लड़की गायब है उसमें कई महीने पहले उसने टाइल्स लगाई थी। इसके बाद कभी वो उधर गया नहीं। ये लड़की दे ये मुंडे दे मां का कहना हैगा भी उस तो बाद वो उधरले बन्ने नूं गया नहीं। अचानक पुलिस उसके घर पर पूछताछ के लिए आउंदी है, फिर उन्होंने नाल ले जाती है। अल्ताफ खुदकुशी नहीं कर सकता है, उसकी हत्या हुई है। अल्ताफ के पिता अनपढ़ हैं और उससे बच्चे का शव देने के नाम पर अंगूठा लगवा लिया गया। वहीं आज मृतक के पिता चांद मियाँ, लड़के के पिता का नाम हैगा चांद मियाँ, ने कहा कि मुझे डॉक्टरों ने बताया कि आपके बच्चे ने फांसी लगाई है। मेरे सामने पुलिसकर्मी उसे इलाज के लिए लाए, आखिर में वह नहीं बचा। मैं कार्रवाई से संतुष्ट हूँ। सो अंगूठे लवा ले,
ਇਹ ਕਹਿਣ ਦੇ ਨਾਂ ਦੇ ਉੱਪਰ ਵੀ ਬੱਚੇ ਦਾ ਜਿਹੜਾ ਸ਼ਵ ਹੈਗਾ ਜਾਂ ਜਿਹੜਾ ਉਹਦਾ ਸਰੀਰ ਹੈਗਾ, ਜਿਹੜੀ ਦੀ ਬੋਡੀ ਹੈਗੀ ਆ, ਜਿਹੜੀ ਉਹਦੀ ਮ੍ਰਿਤਕ ਦੇਹ ਹੈਗੀ ਅਸੀਂ ਤੁਹਾਨੂੰ ਸੌਂਪਣੀ ਹੈਗੀ, ਉਹਦੇ ਵਾਸਤੇ ਕੁਝ ਕਾਗਜ਼ੀ ਕਾਰਵਾਈ ਕਰਨੀ ਹੈ, ਕਿਉਂਕਿ ਉਹ ਅਨਪੜ੍ਹ ਹੈ, ਉਹ ਆਪਣੇ ਸਾਈਨ ਵੀ ਨਹੀਂ ਕਰ ਸਕਦਾ, ਆਪਣੇ ਹੱਥਾਂ ਦੇ ਨਾਲ ਲਿਖ ਨਹੀਂ ਸਕਦਾ, ਉਹ ਅੰਗੂਠਾ ਲਗਾਉਂਦਾ ਹੈਗਾ, ਅੰਗੂਠਾ ਛਾਪ। ਸੋ ਉਹਦੇ ਕੋਲੋਂ ਅੰਗੂਠੇ ਲਗਾ ਲਏ ਤੇ ਉਹਨੇ ਦੱਸਿਆ ਉਹਦੇ ਪਿਤਾ ਨੇ ਕਿ ਮੈਂ ਕਾਰਵਾਈ ਤੋਂ ਸੰਤੁਸ਼ਟ ਹਾਂ। ਹੁਣ ਉਹਨੇ ਉਸ ਵੇਲੇ ਕੀ ਕਹਿਣਾ ਸੀਗਾ, ਪਰ ਉਸ ਤੋਂ ਬਾਅਦ ਜਿਹੜੀ ਹੁਣ ਹਾਲਾਤ ਨੇ ਉਹ ਵੱਖਰੀ ਤਰ੍ਹਾਂ ਦੇ ਬਣ ਗਏ ਆ। एक तरफ ट्वीट करके सरकार पर निशाना साधा है, पीड़ित परिवार से मिला कांग्रेस का प्रतिबंध। तो ਜਿਹੜੇ ਕਾਂਗਰਸ ਪਾਰਟੀ, ਕਿਉਂਕਿ ਉੱਥੇ ਵਿਰੋਧ ਦੇ ਵਿੱਚ ਵਿਰੋਧੀ ਧਿਰ ਹੈਗੀ ਆ ਕਾਂਗਰਸ ਪਾਰਟੀ, ਕੁਦਰਤੀ ਗੱਲ ਹੈ ਵੀ ਉਹਨਾਂ ਨੇ ਫਿਰ ਜਿਹੜੀ ਸਮੇਂ ਦੀ ਹਕੂਮਤ ਹੈ ਯੋਗੀ ਦੀ ਸਰਕਾਰ, ਉਹਨੂੰ ਘੇਰ ਨਹੀਂ ਸਗਾ, ਉਹਨੂੰ ਆਪਣੇ ਨਿਸ਼ਾਨੇ ਦੇ ਉੱਪਰ ਲੈਣਾ ਹੀ ਸੀਗਾ। ਕੁਦਰਤੀ ਗੱਲ ਹੁੰਦੀ ਆ ਵੀ ਕੋਈ ਵੀ ਜਿਹੜੀ ਵਿਰੋਧੀ ਧਿਰ ਹੁੰਦੀ ਹੈਗੀ ਆ ਉਹ ਇਦਾਂ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੀ ਹੈਗੀ। ਪਰ ਗੱਲ ਇਹ ਆ ਵੀ ਜਿਹੜਾ ਪਰਿਵਾਰ ਹੈਗਾ ਉਹਨੂੰ ਇਨਸਾਫ ਮਿਲੇਗਾ ਜਾਂ ਨਹੀਂ, ਸੱਚਾਈ ਸਾਹਮਣੇ ਆਊਗੀ ਜਾਂ ਨਹੀਂ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਰਾਜਨੀਤੀ ਕਰੇ ਕੋਈ ਵੀ ਰਾਜਨੀਤੀ, ਇਹ ਕਰਦੇ ਆ ਰਾਜਨੀਤੀ। ਹੁਣ ਵਿਰੋਧੀ ਧਿਰ ਦਾ ਕੰਮ ਹੁੰਦਾ ਹੈਗਾ ਕਿ ਜਿਹੜਾ ਉਹ ਪੀੜਤ ਪਰਿਵਾਰ ਹੈਗਾ ਉਹਨੂੰ ਇਨਸਾਫ ਦਿਵਾਉਣਾ, ਜਾਂ ਕਿ ਵਿਰੋਧੀ ਧਿਰ ਨੇ ਲੋਕਾਂ ਦੇ ਵਿੱਚ ਆਪਣਾ ਇਹ ਆਧਾਰ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਵੀ ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਦੇਖੋ ਮਾੜਾ ਹੁੰਦਾ ਹੈਗਾ। ਸੋ ਅਗਲੀਆਂ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਉਹਦੇ ਵਿੱਚ ਤੁਸੀਂ ਸਾਨੂੰ ਵੋਟਾਂ ਪਾ ਕੇ ਜਿਤਾਓ, ਕਿਉਂਕਿ ਮੋਰੇ ਇਲੈਕਸ਼ਨ ਹੋਣੇ ਨੇ, ਉੱਤਰ ਪ੍ਰਦੇਸ਼ ਵਿੱਚ ਵੀ ਆਉਣੇ ਆ, यूपी ਵਿੱਚ ਵੀ ਆਉਣੇ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਆਉਣੇ ਆ। ਸੋ ਇਹ ਇੱਕ ਆਧਾਰ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ, ਪਰ ਪਰਿਵਾਰ ਨੂੰ ਇਹ ਸਾਰਾ ਕੁਝ ਨਹੀਂ ਚਾਹੀਦਾ। ਪਰਿਵਾਰ ਨੂੰ ਤੇ ਇਨਸਾਫ ਚਾਹੀਦਾ, ਇਨਸਾਨੀਅਤ ਦੇ ਨਾਤੇ ਇਨਸਾਫ ਮਿਲਣਾ ਚਾਹੀਦਾ। ਔਰ ਜਿਹੜੇ ਦੋਸ਼ੀ, ਜੇ ਦੋਸ਼ੀ ਹੈਗੇ ਨੇ ਪੁਲਿਸ ਵਾਲੇ, ਤਾਂ ਉਹਨਾਂ ਨੂੰ ਕੇਵਲ ਸਸਪੈਂਡ ਕੀਤਾ ਗਿਆ। ਸਸਪੈਂਡ ਕਰਨਾ ਨਹੀਂ, ਉਹਨਾਂ ਨੂੰ ਉਹਨਾਂ ਦੇ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਫਿਰ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਹ ਦੋਸ਼ੀ ਨੇ ਤਾਂ। ਖੈਰ ਉਸ ਤੋਂ ਬਾਅਦ ये जड़ा कांग्रेस का प्रतिनिधि मंडल हैगा, एक तरफ ट्वीट करके उन्होंने सरकार पर निशाना साधा है, तो वहीं आज कांग्रेस प्रतिनिधि मंडल पीड़ित परिवार से मिलने पहुंचा। सलमान खुर्शीद को भी जाना था, लेकिन वरिष्ठ नेता विवेक बंसल की अगुवाई में कांग्रेस का प्रतिनिधि मंडल पीड़ित परिवार से मिला है जाके। सो ये जाके उन्होंने मिले। हुण आपां गलबात करदे हां जी। ये सारी खबर हैगी, तुसीं देख लिया। हुण उहदे बापू जिहड़ा हैगा लड़के का पिता, लड़के का पिता चांद मियाँ जिहदा नाम हैगा, वो साइन नहीं कर सकता। हुण जदों साइन नहीं कर सकता हैगा तो फिर हुण पुलिस वालिਆਂ ਦੇ ਉੱਪਰ सवाल खड़े ਹੁੰਦੇ ਆ, सवाल खड़े ਕੀਤੇ ਜਾ ਰਹੇ ਨੇ, ਔਰ ਉਹਨਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਜ਼ਰੂਰ ਦੇਣੇ ਪੈਣਗੇ। ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਪਹਿਲਾ ਸਵਾਲ ਤਾਂ ਇਹ ਹੈਗਾ ਕਿ ਜ਼ਮੀਨ ਤੋਂ ਕੇਵਲ 2 ਫੁੱਟ ਦੀ ਉਚਾਈ ਹੈ ਉਸ ਟੂਟੀ ਦੀ, ਜਿਹਨੂੰ ਕਿਹਾ ਜਾ ਰਿਹਾ ਟੂਟੀ, ਸਾਡੇ ਇੱਧਰ ਟੂਟੀ ਕਹਿੰਦੇ ਆ, ਉਧਰ ਪਤਾ ਨਹੀਂ ਟੋਟੀ ਕਹਿੰਦੇ ਆ, नल कहते आ, ਜਿਹਦੇ ਵਿੱਚੋਂ ਪਾਣੀ ਨਿਕਲਦਾ, ਵਾਸ਼ਰੂਮ ਦੇ ਵਿੱਚ ਲੱਗੀ ਹੁੰਦੀ ਹੈ। ਖੈਰ ਜੋ ਵੀ ਹੈ, ਸਮਝ ਗਏ ਆਪਾਂ ਸਾਰੇ। ਜ਼ਮੀਨ ਤੋਂ ਫਰਸ਼ ਤੋਂ 2 ਫੁੱਟ ਉੱਚੀ ਆ, ਔਰ ਬੰਦੇ ਦੀ ਹਾਈਟ ਇੱਥੇ ਆ। ਹੁਣ ਜਿਹਦੀ ਹਾਈਟ ਇੰਨੀ ਹੈ, ਉਹ 2 ਫੁੱਟ ਦੀ ਟੂਟੀ ਨਾਲ ਭਲਾ ਕਿੱਦਾਂ ਲਮਕ ਕੇ ਆਤਮ ਹੱਤਿਆ ਕਰ ਸਕਦਾ। ਪਰ ਖੈਰ ਚਲੋ, ਇਹਨਾਂ ਦਾ ਇਹ ਕਹਿਣਾ ਹੈਗਾ ਕਿ ਪੁਲਿਸ ਦਾ ਜੋ ਕਹਿਣਾ ਹੈਗਾ, ਐਸਪੀ ਦਾ ਜੋ ਕਹਿਣਾ ਹੈਗਾ ਕਿ ਉਹਨੇ ਟੂਟੀ ਦੇ ਨਾਲ ਆਪਣੀ ਜਿਹੜੀ ਜੈਕਟ ਦੀ ਡੋਰੀ ਸੀਗੀ ਉਹ ਲਾ ਕੇ ਟੂਟੀ ਦੇ ਨਾਲ ਉਹਨੇ ਲਪੇਟ ਕੇ ਤੇ ਆਪਣੇ ਗਲੇ ਵਿੱਚ ਲਪੇਟੀ ਉਹਨੇ, ਤੇ ਉਹਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਆਤਮ ਹੱਤਿਆ ਦੀ, ਜਿਹਦੇ ਵਿੱਚ ਉਹ ਕਾਮਯਾਬ ਹੋਇਆ ਤੇ ਉਹਦੀ ਆਤਮ ਹੱਤਿਆ ਉਹਨੇ ਕਰ ਲਈ ਤੇ ਉਹਦੀ ਮੌਤ ਹੋ ਗਈ ਹੈ। ਇਹਨਾਂ ਵੱਲੋਂ ਇਹ ਜਿਹੜੀ ਗੱਲ ਆ ਕਹੀ ਗਈ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈਗੀ ਆ, ਹੁਣ ਜਿਵੇਂ ਮੁੰਡੇ ਦੇ ਪਿਤਾ ਨੇ ਇਹ ਗੱਲ ਆਖੀ ਹੈ ਵੀ ਮੇਰੇ ਕੋਲੋਂ ਸਾਈਨ ਕਰਵਾਏ, ਮੇਰੇ ਕੋਲੋਂ ਸਾਈਨ ਨਹੀਂ, ਮੇਰੇ ਕੋਲੋਂ ਅੰਗੂਠੇ ਲਗਵਾਏ ਗਏ ਆ ਕਿ ਮੁੰਡੇ ਦੀ ਜਿਹੜੀ ਬਾਡੀ ਹੈਗੀ ਆ ਉਹ ਅਸੀਂ ਤੁਹਾਨੂੰ ਸੌਂਪਣੀ ਆ, ਤੇ ਉਹਦੇ ਨਾਂ ਦੇ ਉੱਪਰ ਸਾਈਨ ਕਰਵਾਏ ਗਏ ਆ। ਹੁਣ ਜਿਹੜੀ ਗੱਲ ਉੱਭਰ ਕੇ ਬਾਅਦ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਉਹਦੇ ਤੇ ਇਹ ਲਿਖਵਾਇਆ ਗਿਆ ਸਾਰਾ ਕੁਝ, ਉਹ ਲਿਖਿਆ ਕੁਝ ਹੋਰ ਸੀਗਾ ਤੇ ਗੱਲ ਕੋਈ ਹੋਰ ਦੀ ਹੋਰ ਹੀ ਜਿਹੜੀ ਹੈਗੀ ਆ ਉਹ ਹੋ ਗਈ ਆ ਕਿ ਹਾਂ ਵੀ ਜਿਹੜਾ ਮੇਰਾ ਮੁੰਡਾ ਹੈਗਾ ਵੀ ਇਹ ਦਾ ਘਬਰਾ ਜਾਂਦਾ ਸੀਗਾ, ਜਾਂ ਇਹ ਦਿਮਾਗੀ ਤੌਰ ਤੇ ਥੋੜ੍ਹਾ ਜਿਹਾ ਅਪਸੈਟ ਸੀਗਾ ਵਗੈਰਾ ਵਗੈਰਾ, ਵੀ ਇੱਕ ਥੋੜਾ ਸੌਖਾ ਹੋ ਜਾਊਗਾ ਕੋਰਟ ਦੇ ਵਿੱਚ ਜਾ ਕੇ ਕਿ ਹਾਂ ਵੀ ਉਹਦੇ ਬਾਪੂ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਹ ਥੋੜਾ ਜਿਹਾ ਦਿਮਾਗੀ ਤੌਰ ਤੇ ਇਦਾਂ ਸੀਗਾ, ਘਬਰਾ ਜਾਂਦਾ ਸੀਗਾ, ਹੈ ਨਾ। ਸੋ ਉਹਨਾਂ ਨੂੰ ਸੌਖਾ ਹੋ ਜਾਊਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪੁਲਿਸ ਨੇ ਆਪਣੇ ਮੁਤਾਬਕ ਇਹ ਸਾਰਾ ਕੁਝ ਕਰ ਲਿਆ। ਉਸ ਤੋਂ ਇਲਾਵਾ ਹੁਣ ਜਿਹੜੀਆਂ ਅਗਲੀਆਂ ਕੁਝ ਹੋਰ 1-2 ਗੱਲਾਂ ਹੈਗੀਆਂ ਨੇ ਬੜੀਆਂ ਅਹਿਮ ਨੇ। ਉਹ ਗੱਲਾਂ ਇਹ ਹੈ ਵੀ ਪੁਲਿਸ ਨੇ ਜਿਹੜਾ ਪੁਲਿਸ ਦਾ ਆਪਣਾ ਫੰਡ ਹੁੰਦਾ ਹੈਗਾ ਉਹਦੇ ਵਿੱਚੋਂ ਪਰਿਵਾਰ ਨੂੰ ਰੁਪਈਏ ਦਿੱਤੇ ਹੈਗੇ ਆ, ਲੱਖਾਂ ਰੁਪਈਏ ਦਿੱਤੇ ਨੇ, ਔਰ ਲੱਖਾਂ ਰੁਪਈਏ ਹੋਰ ਦਿੱਤੇ ਜਾਣ ਦੀ ਗੱਲ ਵੀ ਆਖੀ ਹੈਗੀ ਆ। ਮੈਂ ਬੇਨਤੀ ਕਰਾਂ ਵੀ ਇਹ ਪੈਸੇ ਕਿਉਂ ਦਿੱਤੇ ਜਾ ਰਹੇ ਨੇ, ਇਹ ਇੱਕ ਬੜੀ ਵੱਡੀ ਗੱਲ ਹੈਗੀ ਆ। ਉਹਨੇ ਆਤਮ ਹੱਤਿਆ ਕੀਤੀ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ, ਪੁਲਿਸ ਫਿਰ ਉਹਨਾਂ ਨੂੰ ਪੈਸੇ ਕਿਉਂ ਦੇ ਰਹੀ ਹੈ, ਉਹਨਾਂ ਨੂੰ ਮੁਆਵਜ਼ਾ ਕਿਉਂ ਦੇ ਰਹੀ ਹੈ? ਕੀ ਪੁਲਿਸ ਦੋਸ਼ੀ ਹੈ ਤਾਂ ਮੁਆਵਜ਼ਾ ਦੇ ਰਹੀ ਹੈ ਵੀ ਸਾਡੇ ਕੋਲ ਗਲਤੀ ਹੋ ਗਈ, ਵੀ ਅਸੀਂ ਕਸੂਰ ਕਰ ਬੈਠੇ ਆ? ਇਹ ਕਿਉਂ ਹੋ ਰਿਹਾ ਹੈਗਾ? ਇੱਥੇ ਬਸ ਨਹੀਂ ਹੈਗੀ, ਹੋਰ ਅਗਲੀ ਕਿਸ਼ਤ ਜਿਹੜੀ ਆ ਪੈਸਿਆਂ ਦੀ ਉਹ ਵੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਪਰਿਵਾਰਕ ਇੱਕ ਮੈਂਬਰ ਹੈਗਾ ਵੀ ਉਹਨੂੰ ਅਸੀਂ ਨੌਕਰੀ ਵੀ ਦਿਆਂਗੇ, ਇੱਦਾਂ ਦੀ ਗੱਲਬਾਤ ਵੀ ਹੋ ਰਹੀ ਹੈਗੀ ਆ। ਪਰਿਵਾਰ ਨੂੰ ਨੌਕਰੀ, ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਗੱਲਬਾਤ ਵੀ ਹੋ ਰਹੀ ਹੈ। ਸੋ ਇਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ, ਬਹੁਤ ਕੁਝ ਜਿਹੜਾ ਹੈਗਾ ਸ਼ੱਕ ਦੇ ਘੇਰੇ ਵਿੱਚ ਹੈਗਾ। ਹੁਣ ਗੱਲ ਇਹ ਆ ਵੀ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਵਿਰੋਧੀ ਧਿਰ ਜਿਹੜੀ ਹੈਗੀ ਆ ਜਾਂ ਵਿਰੋਧੀ ਸਰਕਾਰ ਹੈਗੀ ਆ ਵੀ ਉਹ
ਹੁਣ ਮੁੰਡੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ। ਵੱਖ-ਵੱਖ ਮੈਂ ਵੇਖ ਰਿਹਾ ਸੀਗਾ ਕਿ ਟੀਵੀ ਚੈਨਲ ਵਾਲੇ ਜਿਹੜੇ ਹੈਗੇ ਨੇ ਉੱਥੋਂ ਦੇ ਉਧਰ ਵਾਲੇ ਜਿਹੜੇ ਨੇ ਉਹਨਾਂ ਨੇ ਵੱਡੇ ਚੈਨਲ ਹੈਗੇ ਨੇ ਉਹਨਾਂ ਨੇ ਇੰਟਰਵਿਊ ਕੀਤੀ ਆ। ਉਹਨਾਂ ਨੇ ਜਿਹੜਾ ਮੁੰਡੇ ਦਾ ਅਲਤਾਫ ਦੇ ਬਾਪੂ ਹੈਗੇ ਆ ਚਾਂਦ ਮੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ। ਉਹਨੇ ਵੀ ਗੱਲ ਕੀਤੀ ਆ, ਉਹਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈਗਾ। ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ। ਉਹ ਦੱਸ ਰਹੇ ਆ, ਕਹਿੰਦੇ ਕਿ ਸਾਡਾ ਬੱਚਾ ਆਤਮ ਹੱਤਿਆ ਨਹੀਂ ਸੀ ਕਰ ਸਕਦਾ। ਉਹ ਕਹਿੰਦੇ ਕਿ ਸਾਡਾ ਬੱਚਾ ਸੀ ਤੇ ਆਪ ਕਹਿੰਦੇ ਲੈ ਕੇ ਗਏ ਆ, ਮੁੰਡੇ ਦਾ ਬਾਪੂ ਆਪ ਲੈ ਕੇ ਗਿਆ ਥਾਣੇ, ਪਿਆ ਲਓ ਜੀ ਸਾਡਾ ਬੱਚਾ ਜੇ ਦੋਸ਼ੀ ਹੈਗਾ ਤੇ ਤੁਸੀਂ ਇਹਨੂੰ ਕਰੋ ਅਰੈਸਟ ਤੇ ਜਿਹੜੀ ਇਹਦੇ ਖਿਲਾਫ ਕਾਰਵਾਈ ਬਣਦੀ ਆ ਤੁਸੀਂ ਉਹ ਕਾਰਵਾਈ ਕਰੋ। ਉਹਨਾਂ ਦਾ ਇਹ ਕਹਿਣਾ ਹੈਗਾ। ਉਹਨਾਂ ਦਾ ਕਹਿਣਾ ਹੈਗਾ ਕਿ ਇਹ ਹੱਤਿਆ ਦਾ ਮਾਮਲਾ ਹੈਗਾ, ਪੁਲਿਸ ਹਿਰਾਸਤ ਦੇ ਵਿੱਚ ਸਾਡੇ ਪੁੱਤਰ ਦੀ ਹੱਤਿਆ ਕੀਤੀ ਗਈ ਹੈ, ਇੱਥੇ ਬਸ ਨਹੀਂ ਹੈਗੀ। ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਹੈਗੇ ਕਿ ਜਿਹੜੀ ਦੂਜੀ ਧਿਰ ਹੈਗੀ ਆ, ਕਿਉਂਕਿ ਅਸੀਂ ਕਮਜ਼ੋਰ ਆ, ਅਸੀਂ ਗਰੀਬ ਆ, ਜਿਹੜੀ ਦੂਜੀ ਧਿਰ ਹੈਗੀ ਆ ਕੁੜੀ ਵਾਲੇ ਉਹ ਅਮੀਰ ਹੈਗੇ ਨੇ ਔਰ ਹਿੰਦੂ ਪਰਿਵਾਰ ਤੋਂ ਹੈਗੇ ਆ। ਸੋ ਇਸ ਕਿਸਮ ਦਾ ਵੀ ਖਦਸ਼ਾ ਉਹਨਾਂ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਹੈਗਾ ਕਿ ਉਹਨਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਸੀਗਾ ਵੀ ਉਹਨਾਂ ਨੇ ਆਪਣੇ ਪ੍ਰਭਾਵ ਦੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਸਾਡੇ ਮੁੰਡੇ ਨੂੰ ਮਰਵਾਤਾ। ਸੋ ਇਸ ਕਿਸਮ ਦੀਆਂ ਗੱਲਾਂ ਬਾਤਾਂ ਉੱਭਰ ਕੇ ਹੁਣ ਸਾਹਮਣੇ ਆ ਰਹੀਆਂ ਨੇ। ਦੋਸਤੋ ਆਪਾਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਆਸੇ-ਪਾਸੇ ਬਹੁਤ ਸਾਰੀਆਂ ਆਪਾਂ ਇੱਦਾਂ ਦੀਆਂ ਫਿਲਮਾਂ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਦਿਖਾਇਆ ਜਾਂਦਾ ਹੈਗਾ ਕਿ ਫਿਲਮਾਂ ਦੇ ਵਿੱਚ ਵੀ ਇੱਦਾਂ ਦੇ ਬਹੁਤ ਸਾਰੇ ਹਾਦਸੇ ਵਾਪਰਦੇ ਆ। ਆਪਾਂ ਦੇਖਦੇ ਹਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੋਈ ਵਧੀਆ ਵਕੀਲ ਮਿਲਦਾ ਹੈਗਾ, ਵਧੀਆ ਵਕੀਲ ਵਧੀਆ ਤਰੀਕੇ ਦੇ ਨਾਲ ਕੇਸ ਦੀ ਪੈਰਵਾਈ ਕਰਦਾ ਹੈ, ਕੋਈ ਵਧੀਆ ਅਫਸਰ ਮਿਲ ਜਾਂਦਾ ਹੈਗਾ ਜਿਹੜਾ ਉਹਦੇ ਵਿੱਚ ਰੁਚੀ ਰੱਖਦਾ ਹੈਗਾ ਤੇ ਉਹ ਵੀ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦਾ ਹੈ। ਉਸ ਤੋਂ ਬਾਅਦ ਵਕੀਲ ਸਾਰੇ ਜਣੇ ਮਿਲ ਜੁਲ ਕੇ ਫਿਰ ਉਹਨੂੰ ਇਨਸਾਫ ਦਿਵਾਉਂਦੇ ਆ ਕਚਹਿਰੀ ਦੇ ਵਿੱਚ, ਕੋਰਟ ਦੇ ਵਿੱਚ। ਹੁਣ ਇੱਥੇ ਵੀ ਇਹ ਦੇਖਣਾ ਹੋਊਗਾ ਕਿ ਕੀ ਕੇਵਲ ਇੱਥੇ ਕਾਂਗਰਸ ਪਾਰਟੀ ਜਿਹੜੀ ਵਿਰੋਧੀ ਉੱਥੇ ਵਿਰੋਧ ਦੇ ਵਿੱਚ ਹੈਗੀ, ਵਿਰੋਧੀ ਧਿਰ ਹੈਗੀ ਆ ਜਿੱਦਾਂ ਕਹ ਲਓ ਯੂਪੀ ਦੇ ਵਿੱਚ, ਕਿ ਉਹ ਕੇਵਲ ਰਾਜਨੀਤੀ ਕਰਦੀ ਹੈ। ਜਿਹੜੀਆਂ ਅਗਾਂਹ ਚੋਣਾਂ ਆਉਣੀਆਂ ਨੇ, ਚੋਣਾਂ ਦੇ ਵਾਸਤੇ ਆਪਣਾ ਰਾਹ ਪੱਧਰਾ ਕਰਕੇ ਤੇ ਉੱਥੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੀ ਹੈ, ਲੋਕਾਂ ਵਿੱਚ ਆਧਾਰ ਬਣਾਉਣਾ ਚਾਹੁੰਦੀ ਹੈ, ਜਾਂ ਕਿ ਜਿਹੜਾ ਉਹ ਪਰਿਵਾਰ ਹੈਗਾ ਸੱਚਮੁੱਚ ਉਸ ਪਰਿਵਾਰ ਦੇ ਵਾਸਤੇ ਕੋਈ ਗੰਭੀਰ ਹੈ, ਕਿ ਸੱਚਮੁੱਚ ਕੋਈ ਵਕੀਲ, ਕਿ ਸੱਚਮੁੱਚ ਕੋਈ ਜੱਜ ਸਾਹਿਬ ਹੋਣ ਚਾਹੇ, ਕਿ ਸੱਚਮੁੱਚ ਕੋਈ ਪੁਲਿਸ ਦਾ ਆਫੀਸਰ ਜਿਹੜਾ ਗੰਭੀਰਤਾ ਦੇ ਨਾਲ ਸਾਰੇ ਮਾਮਲੇ ਨੂੰ ਲਊਗਾ। ਕੀ ਇਹ ਗੱਲ ਕੀ ਇੰਜ ਹੋਏਗਾ? ਸਭ ਤੋਂ ਵੱਡੀ ਗੱਲ ਤੇ ਇਹ ਆ, ਸਭ ਤੋਂ ਵੱਡਾ ਸਵਾਲ ਤੇ ਇਹ ਆ, ਰਾਜਨੀਤਿਕ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਰਾਜਨੀਤੀ ਕਰਨੀ ਹੈ, ਉਹ ਰਾਜਨੀਤੀ ਕਰਦੇ ਹੀ ਨੇ, ਉਹਨਾਂ ਨੇ ਕਰੀ ਹੀ ਜਾਣੀ ਹੈ। ਮੈਂ ਬੇਨਤੀ ਕਰਾਂ ਕਿ ਇਹ ਜਿਹੜਾ ਉੱਤਰ ਪ੍ਰਦੇਸ਼ ਦਾ ਮਾਮਲਾ ਹੈਗਾ, ਸਾਡੇ ਬਹੁਤ ਸਾਰੇ ਸੱਜਣੇ ਕਹਿੰਦੇ ਹੋਣਗੇ ਕਿ ਪੰਜਾਬ ਦੀ ਗੱਲ ਕਰੋ ਭਾਈ, ਸਿੱਖਾਂ ਦੀ ਗੱਲ ਕਰੋ, ਖਾਲਸਾ ਪੰਥ ਦੀ ਗੱਲ ਕਰੋ। ਮੈਂ ਬੇਨਤੀ ਕਰਾਂ ਇੱਥੇ ਪੂਰੇ ਭਾਰਤ ਦੀ ਗੱਲ ਕਰਦੇ ਆ। ਮੈਂ ਪੰਜਾਬ ਦੀ ਗੱਲ ਵੀ ਪਹਿਲਾਂ ਸ਼ੁਰੂ ਮਾੜੀ ਜਿਹੀ ਹੋਈ ਸੀਗੀ, ਥੋੜ੍ਹੀ ਜਿਹੀ ਕਰ ਲੈਂਦੇ ਆ। ਪੰਜਾਬ ਦੇ ਵਿੱਚ ਮੈਂ ਉੱਤਰ ਪ੍ਰਦੇਸ਼ ਦੀ ਗੱਲ ਤਾਂ ਕੀਤੀ ਹੈ ਕਿ ਪੰਜਾਬ ਦੇ ਵਿੱਚ ਤਾਂ ਇਦਾਂ ਦੇ ਬਹੁਤ ਸਾਰੇ ਹਾਦਸੇ ਨੇ, ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਹੈਗੀਆਂ ਨੇ ਔਰ ਬਹੁਤ ਸਾਰੀਆਂ ਘਟਨਾਵਾਂ ਜੱਗ ਜ਼ਾਹਰ ਹੋ ਚੁੱਕੀਆਂ ਨੇ। ਮੈਂ ਬੇਨਤੀ ਕਰਾਂ ਬਹੁਤ ਸਾਰੀਆਂ ਘਟਨਾਵਾਂ ਜੱਗ ਜ਼ਾਹਰ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਅਦਾਲਤਾਂ ਦੇ ਵਿੱਚ ਵੀ, ਬਹੁਤ ਸਾਰੇ ਮਾਮਲਿਆਂ ਵਿੱਚ ਅਦਾਲਤਾਂ ਵਿੱਚ ਵੀ ਇਹ ਸਾਬਤ ਹੋ ਚੁੱਕਾ ਹੈ ਕਿ ਫਲਾਣੇ ਸਿੰਘ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋਈ ਹੈ ਔਰ ਪੁਲਿਸ ਨੇ ਕੋਹ ਕੇ ਉਹਨਾਂ ਨੂੰ ਮਾਰਿਆ, ਪੁਲਿਸ ਦੇ ਤਸ਼ੱਦਦ ਦੇ ਕਾਰਨ ਮੌਤ ਹੋਈ ਹੈ। ਇਦਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਚੁੱਕੇ ਨੇ, ਅਦਾਲਤਾਂ ਵਿੱਚ ਜ਼ਾਹਰ ਹੋ ਚੁੱਕਾ, ਕਈ ਮਾਮਲੇ ਜ਼ਾਹਰ ਹੋ ਚੁੱਕੇ ਆ। ਔਰ ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਜਿਹੜੇ ਉਹ ਪੁਲਿਸ ਆਫੀਸਰ ਦੋਸ਼ੀ ਸੀਗੇ ਉਹਨਾਂ ਨੂੰ ਕਈ ਮਾਮਲੇ 'ਚ ਸਜ਼ਾਵਾਂ ਵੀ ਹੋਈਆਂ ਨੇ, ਇਦਾਂ ਵੀ ਹੋਇਆ, ਸਾਹਮਣੇ ਵੀ ਆਇਆ ਹੈਗਾ। ਸੋ ਜਦੋਂ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਤਾਂ ਉਸ ਵੇਲੇ ਫਿਰ ਪੂਰੇ ਭਾਰਤ ਵਿੱਚ ਗੱਲ ਕਰ ਲਓ ਕਿ ਦੇਸ਼ ਦੇ ਆਮ ਲੋਕ ਇਸ ਗੱਲ ਨੂੰ ਸਮਝਦੇ ਨੇ ਭਲੀ ਭਾਂਤ ਕਿ ਪੁਲਿਸ ਵਧੀਆ ਤਰੀਕੇ ਦੇ ਨਾਲ ਆਪਣਾ ਕੰਮਕਾਰ ਕਰਦੀ ਹੈ, ਪੁਲਿਸ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਪੁਲਿਸ ਕਿੰਨੀ ਕੁ ਇਮਾਨਦਾਰ ਹੁੰਦੀ ਹੈ, ਆਪਾਂ ਆਪਣੇ ਭਾਰਤ ਦੇਸ਼ ਦੇ ਵਿੱਚ ਝਾਤ ਮਾਰ ਕੇ ਦੇਖ ਸਕਦੇ ਹਾਂ। ਮੈਂ ਇੱਥੇ ਪੁਲਿਸ ਵਾਲੇ ਮੇਰੀ ਜੇ ਕੋਈ ਗੱਲ ਨੂੰ ਸੁਣਦਾ ਹੈਗਾ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੇ, ਕਿਉਂਕਿ ਆਪਾਂ ਸਮਝਦੇ ਹਾਂ ਕਿ ਪੁਲਿਸ ਨੂੰ ਆਜ਼ਾਦੀ ਦੇ ਨਾਲ ਕੰਮ ਕਰਨ ਨਹੀਂ ਦਿੱਤਾ ਜਾਂਦਾ ਹੈਗਾ। ਆਪਾਂ ਇਹ ਗੱਲ ਸਮਝਦੇ ਹਾਂ ਕਿ ਜਿਹੜੇ ਰਾਜਨੀਤਿਕ ਲੋਕ ਨੇ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਨੇ, ਮੈਂ ਇਹ ਗੱਲ ਤਾਂ ਕਰਨਾ ਕਿ ਪੁਲਿਸ ਵਾਲੇ ਕਈ ਵਾਰ ਨਾ ਗੁੱਸਾ ਕਰ ਲੈਂਦੇ। ਇੱਕ ਵਾਰੀ ਮੈਂ ਕੋਈ ਗੱਲ ਕਰ ਰਿਹਾ ਸੀਗਾ ਤੇ ਲਾਈਵ ਸ਼ੋਅ ਸੀਗਾ ਤੇ ਕਿਸੇ ਪੁਲਿਸ ਇੰਸਪੈਕਟਰ ਦਾ ਮੇਰੇ ਲਾਈਵ ਸ਼ੋਅ ਦੇ ਵਿੱਚ ਫੋਨ ਆ ਗਿਆ। ਉਹ ਕਹਿੰਦਾ ਕਿ ਮੈਂ ASI ਬੋਲਦਾ, ਵੀ ਤੁਸੀਂ ASI ਸੀ ਜਾਂ ਸਬ ਇੰਸਪੈਕਟਰ ਸੀ ਸ਼ਾਇਦ, ਮੈਨੂੰ ਹੁਣ ਯਾਦ ਨਹੀਂ ਹੈਗਾ। ਉਹ ਕਹਿੰਦੇ ਜੀ ਤੁਸੀਂ ਪੁਲਿਸ ਦੇ ਖਿਲਾਫ ਬਹੁਤ ਜ਼ਿਆਦਾ ਬੋਲ ਰਹੇ ਹੋ, ਬਹੁਤ ਜ਼ਿਆਦਾ ਗੱਲਬਾਤ ਕਰ ਰਹੇ ਹੋ। ਖੈਰ ਮੈਂ ਉਹਨਾਂ ਦੀ ਤਸੱਲੀ ਕਰਾਤੀ ਸੀ ਉਸ ਵੇਲੇ, ਲਾਈਵ ਸ਼ੋਅ ਜਿਹੜਾ ਹੈਗਾ ਸਾਡੇ YouTube ਦੇ ਉੱਪਰ ਪਿਆ ਹੋਇਆ। ਮੈਂ ਉਹਨੂੰ ਦੱਸਿਆ ਕਿ ਨਹੀਂ ਇੱਦਾਂ ਨਹੀਂ ਹੈਗਾ, ਬਹੁਤ ਸਾਰੇ ਮਾਮਲੇ ਵਿੱਚ ਇੱਦਾਂ ਸਾਰਾ ਕੁਝ ਸਾਹਮਣੇ ਆ ਚੁੱਕਾ ਹੈਗਾ। ਫਿਰ ਉਹ ਵੀ ਮੰਨ ਗਿਆ ਸੀ, ਕਹਿੰਦਾ ਠੀਕ ਹੈ ਵੀ ਆਪਾਂ ਮੰਨਦੇ ਹਾਂ ਵੀ ਇੱਦਾਂ ਹੁੰਦੀ ਹੈ, ਪਰ ਹੁਣ ਕੀ ਕਰੀਏ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਮੈਂ ਕਿਹਾ ਚਲੋ ਜੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਹੋ ਸਕਦਾ ਤੁਸੀਂ ਇਵੇਂ ਦੇ ਨਾ ਹੋਵੋ, ਜੇ ਤੁਸੀਂ ਇੱਦਾਂ ਦੇ ਨਹੀਂ ਹੈਗੇ ਤਾਂ ਬਹੁਤ ਚੰਗੀ ਗੱਲ ਹੈ। ਫਿਰ ਪੁਲਿਸ ਮਹਿਕਮੇ ਦੇ ਵਿੱਚ ਇਮਾਨਦਾਰੀ ਦੇ ਨਾਲ ਵੱਡੇ ਅਫੀਸਰ ਜਿਹੜੇ ਨੇ ਉਹ ਵੈਸੇ ਮਾਈਕ ਦੇ ਕੈਮਰੇ ਦੇ ਮੂਹਰੇ ਆ ਕੇ ਇੰਟਰਵਿਊ ਨਹੀਂ ਦਿੰਦੇ ਹੈਗੇ, ਉਹਨਾਂ ਦੀ ਮਜਬੂਰੀ ਹੈ। ਉਹ ਕਹਿੰਦੇ ਜੇ ਆਪਾਂ ਇੰਟਰਵਿਊ ਦਿਆਂਗੇ, ਹੁਣ ਤੁਸੀਂ ਉਹ ਜਦੋਂ ਆਨਲਾਈਨ ਵੈਸੇ ਉਹਨਾਂ ਨਾਲ ਗੱਲਬਾਤ ਕਰੋ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਡੀ ਇੰਨੇ ਜ਼ਿਆਦਾ ਮਜਬੂਰ ਆ ਨਾ ਕਿ ਜੇ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰੀਏ ਤਾਂ ਜਿਸ ਇਲਾਕੇ ਦੇ ਵਿੱਚ, ਜਿਸ ਥਾਣੇ ਦੇ ਵਿੱਚ ਸਾਡੀ ਡਿਊਟੀ ਹੁੰਦੀ ਹੈ, ਜਿਸ ਜ਼ਿਲ੍ਹੇ ਦੇ ਵਿੱਚ ਸਾਡੀ ਡਿਊਟੀ ਲੱਗੀ ਹੁੰਦੀ ਹੈ, ਉੱਥੋਂ ਦੇ MLA, ਉੱਥੋਂ ਦੇ ਮਿਨਿਸਟਰ ਜਿਹੜੇ ਹੈਗੇ ਨੇ, ਉੱਥੋਂ ਦੇ ਮੰਤਰੀ ਸੰਤਰੀ, ਉਹ ਇਮਾਨਦਾਰੀ ਦੇ ਨਾਲ ਜੇ ਅਸੀਂ ਕੰਮ ਕਰਦੇ ਹਾਂ ਸਾਨੂੰ ਚੱਕ ਕੇ ਹੋਰ ਬੰਨੇ ਭੇਜ ਦਿੰਦੇ ਆ, ਸਾਡੀ ਟਰਾਂਸਫਰ ਕਰ ਦਿੰਦੇ ਆ। ਕੀ ਕੀਤਾ ਜਾਵੇ, ਕਰੀਏ ਕੀ?
मैं इस करके गल कर रहा भी कोई भी पुलिस वाला जे कोई हैगा तो मेरी फिर वो कहते जे ਅਸੀਂ ਜ਼ਿਆਦਾ ईमानदारी दिखाने ਆ ਜ਼ਿਆਦਾ ईमानदारी दिखाने ਆ ना अगले सानू बाहरला रस्ता दिखाते भी जाओ कोई ना कोई बहाना ला के सानू घरे बहाने की किया जाए मजबूर आ और बहुत सारे सज्जन ये गल कहते हैं ऑफिसर बहुत सारे इदां दी गल कहते है मैं बेनती करा कई तो जो रिटायर हो जाते हैं उस तो बाद जो उम्र उन्होंने होंगी है भी घरे बह के हुण मंजियां ते लम्मे पै के अपना जिंदगी का आखिरी समा बितावांगे उस वेले फिर कई बहुत कुछ ज़ाहिर भी करते हैं भी असीं अपनी ड्यूटी के दौरान आ कुछ किया जां साडे कोलों करवाया गया। सो इस तरीके के हालात हैगे ने इस मुल्क दे विच जिहड़े राजनीतिक लोग ने ਜਿਹੜੀਆਂ ਵੱਖ-ਵੱਖ सियासी पार्टियां ਜਿਹੜੀ सत्ताधर पार्टी ਹੁੰਦੀ है ਉਹਦਾ असर रसूख ਇੰਨਾ ज़्यादा ਹੁੰਦਾ है कि वो थाणिਆਂ ਦੇ ਉੱਪਰ ਉਹ पुलिस प्रशासन ਦੇ ਉੱਪਰ पुलिस ऑफिसरां ਦੇ ਉੱਪਰ भी अपना प्रभाव पूरी तरह अपनी पकड़ बना के रखते हैं। फिर जिस तरीके ਦੇ ਨਾਲ ਉਹ ਕੰਮਕਾਰ ਕਰਦੇ ਆ ਆਪਾਂ ਸਾਰੇ ਜੇ ਕਿਸੇ ਦਾ ਵਾਹ ਵਾਸਤਾ ਪਿਆ ਤਾਂ ਉਹ ਭਲੀ ਭਾਂਤੀ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦਾ ਹੈਗਾ। ਸੋ ਪੰਜਾਬ ਦੇ ਵਿੱਚ ਤਾਂ ਬਹੁਤ ਕੁਝ ਇਦਾਂ ਦਾ ਹੋਇਆ ਸੀਗਾ ਜਦੋਂ ਉੱਪਰੋਂ ਸਰਕਾਰਾਂ ਕਹਿਣ ਵੀ ਤੁਸੀਂ ਠੀਕ ਹੈ ਜੀ ਤੁਹਾਨੂੰ ਖੁੱਲੀ ਛੁੱਟੀ ਹੈ ਜਿੰਨੇ ਮਰਜ਼ੀ ਪੁੱਠੇ ਕੰਮ ਕਰੋ ਇੱਥੇ ਤੁਹਾਡੇ ਮੋਢਿਆਂ ਦੇ ਉੱਪਰ ਸਟਾਰ ਲੱਗਣਗੇ। ਜਦੋਂ ਇਸ ਤਰੀਕੇ ਦੇ ਨਾਲ ਸਾਰਾ ਕੁਝ ਹੁੰਦਾ ਸਾਰਾ ਕੁਝ ਕਰਵਾਇਆ ਜਾਂਦਾ ਮੈਂ ਤੁਹਾਨੂੰ ਦੱਸਾਂ ਇੱਕਾ ਦੁੱਕਾ ਘਟਨਾਵਾਂ ਇਦਾਂ ਦੀਆਂ ਵੀ ਸੁਣਨ ਨੂੰ ਮਿਲਦੀਆਂ ਨੇ ਪੜ੍ਹਨ ਨੂੰ ਮਿਲਦੀਆਂ ਨੇ ਵੇਖਣ ਨੂੰ ਮਿਲਦੀਆਂ ਨੇ। ਪੰਜਾਬ ਦੀ ਧਰਤੀ ਦੀ ਗੱਲ ਕਰ ਲੈਣਾ ਕਿ ਜਿੱਥੇ ਕਿਸੇ ਪੁਲਿਸ ਵਾਲੇ ਨੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿਉਂ ਕਰ ਲਈ ਭਲਾ ਉਹ ਕਹਿੰਦੇ ਜਿਹੜਾ ਮੇਰੇ ਤੋਂ ਉੱਪਰ ਬੜਾ ਆਫੀਸਰ ਸੀਗਾ ਨਾ ਉਹ ਮੇਰੇ ਕੋਲੋਂ ਡਿਮਾਂਡ ਕਰਦਾ ਸੀਗਾ ਕਿ ਤੂੰ ਹੋਰ ਜ਼ਿਆਦਾ ਰਿਸ਼ਵਤ ਦੇ ਪੈਸੇ ਇਕੱਠੇ ਕਰਕੇ ਤੇ ਮੈਨੂੰ ਦੇ। ਇਦਾਂ ਦੇ ਮਾਮਲੇ ਵੀ ਇੱਕਾ ਦੁੱਕਾ ਕਈ ਵਾਰ ਸਾਹਮਣੇ ਆਉਂਦੇ ਹੈਗੇ ਆ। ਸੋ ਉਸ ਤੋਂ ਇਹ ਪਤਾ ਲੱਗਦਾ ਹੈਗਾ ਕਿ ਅਗਲਾ ਚਾਹੁੰਦਾ ਸੀਗਾ ਕਿ ਮੈਂ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰਾਂ ਇੰਨੀ ਕੁ ਤਨਖਾਹ ਤੇ ਮਿਲਦੀ ਹੈ ਨਾ ਜਿਹਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਪਰ ਉੱਪਰੋਂ ਇਹ ਗੱਲ ਕਹੀ ਜਾਂਦੀ ਹੈ। ਇਸ ਕਰਕੇ ਫਿਰ ਮੈਂ ਹੁਣ ਕਿਹਨੂੰ ਕਿਹਦੇ ਨਾਲ ਮੈਂ ਹੁਣ ਠੱਗੀ ਕਰਾਂ ਤੇ ਕਿਹਦੇ ਕੋਲੋਂ ਮੈਂ ਹੁਣ ਰਿਸ਼ਵਤ ਲਵਾਂ। ਸੋ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਇੱਕ ਜਿਹੜੇ ਖਾਕੀ ਵਰਦੀ ਵਾਲੇ ਪੁਲਿਸ ਵਾਲੇ ਨੇ ਉਹਨਾਂ ਨੂੰ ਵੀ ਮਜਬੂਰ ਉੱਪਰੋਂ ਕੀਤਾ ਜਾਂਦਾ ਹੈਗਾ ਜਾਂ ਫਿਰ ਉਹ ਡਿਊਟੀ ਛੱਡ ਕੇ ਘਰ ਬਹਿ ਜਾਣ। ਹਾਲਾਤ ਇਦਾਂ ਦੇ ਹੈਗੇ ਆ ਵੀ ਲੋਕ ਤੇ ਨੌਕਰੀ ਭਾਲਦੇ ਆ ਵੀ ਸਾਨੂੰ ਕਿਸੇ ਤਰੀਕੇ ਨਾਲ ਨੌਕਰੀ ਮਿਲ ਜਾਵੇ। ਹੁਣ ਜਦੋਂ ਨੌਕਰੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਆ ਸਾਰਾ ਕੁਝ ਹੁੰਦਾ ਹੈਗਾ। ਸੋ ਇਸ ਤਰੀਕੇ ਦੇ ਨਾਲ ਕਈ ਤੇ ਫਿਰ ਆਪਣਾ ਮੱਚ ਮਾਰ ਲੈਂਦੇ ਆ ਵੀ ਮੱਚ ਮਾਰ ਰੱਖੋ ਤੇ ਆਪਣਾ ਅਗਾਂਹ ਤੁਰਦੇ ਰਹੋ। ਪਰ ਮੈਂ ਬੇਨਤੀ ਕਰਾਂ ਮੱਚ ਮਾਰਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਏਡੀ ਗੱਲ ਨਹੀਂ ਹੈਗੀ। ਜੇ ਨੌਕਰੀ ਚਲੇ ਵੀ ਜਾਊਗੀ ਤਾਂ ਕੋਈ ਏਡੀ ਗੱਲ ਨਹੀਂ ਹੈਗੀ। ਜ਼ਮੀਰ ਨੂੰ ਜਿਉਂਦਾ ਰੱਖੀਏ ਕੋਈ ਏਡੀ ਗੱਲ ਨਹੀਂ ਹੈਗੀ। ਉਸ ਪਰਮਾਤਮਾ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈਗਾ। ਮੈਂ ਤਾਂ ਇਹ ਗੱਲ ਕਹਿਣਾ ਹੈਗਾ ਪਰ ਬਹੁਤ ਔਖਾ ਹੈਗਾ। ਮੈਨੂੰ ਲੱਗਦਾ ਕਿ ਮੈਂ ਕਹਿਤਾ ਪਰ ਕਿਸੇ ਨੇ ਸੁਣ ਲਿਆ ਬਹੁਤ ਔਖਾ ਹੈਗਾ। ਇੱਕ ਇੱਥੇ ਬੰਦਾ ਬੈਠਾ ਹੈਗਾ ਰੋਬਾ ਦੱਬਾ ਹੈਗਾ ਪੂਰਾ ਅਫਸਰ ਬੰਦਾ। ਹੁਣ ਉਹਨੂੰ ਜੇ ਘਰੇ ਬਹਿਣਾ ਪੈ ਜਾਵੇ ਹੁਣ ਉਹ ਕਰਿਆਨੇ ਦੀ ਦੁਕਾਨ ਤਾਂ ਪਾਉਣੋਂ ਰਿਹਾ ਫਿਰ ਪਈ ਗੋਲੀਆਂ ਟੌਫੀਆਂ ਵੇਚ ਲਊਗਾ ਜਾਂ ਦੁਕਾਨ ਦੇ ਉੱਪਰ ਬੱਚਿਆਂ ਦੀਆਂ ਚੱਪਲਾਂ ਰੱਖ ਲਾਂਗੇ ਤੇ ਛੋਟੇ ਛੋਟੇ ਬੱਚਿਆਂ ਦੀਆਂ ਪਜਾਮੀਆਂ ਤੇ ਕਮੀਜ਼ਾਂ ਰੱਖ ਲਾਂਗੇ ਵੀ ਚਲੋ ਉਹ ਲੋਕੀ ਖਰੀਦਣ ਆ ਜਾ ਕਰਨਗੇ ਤੇ ਮਾੜੀ ਮੋਟੀ 500-700 ਰੁਪਏ ਦਿਹਾੜੀ ਪੈ ਜਾ ਕਰੂੰਗੀ। ਇੱਦਾਂ ਤਾਂ ਹੈ ਨਹੀਂ ਨਾ ਹੁਣ ਬਹੁਤ ਔਖਾ ਹੈਗਾ। ਸੋ ਬਹੁਤ ਔਖਾ ਹੈਗਾ ਥੱਲੇ ਲੈ ਕੇ ਉੱਪਰ ਤੱਕ ਸਾਰਾ ਢਾਂਚਾ ਹੀ ਜਿਹੜਾ ਉਹ ਖਰਾਬ ਹੋਇਆ ਪਿਆ। ਸੋ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈਗੀ ਆ। ਪਤਾ ਨਹੀਂ ਕਦੋਂ ਨਿਕਲ ਪਾਊਂਗਾ ਇਹ ਮੁਲਕ ਜਿਸ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ 74-75 ਵਰੇ ਹੋ ਗਏ ਨੇ ਇਸ ਮੁਲਕ ਨੂੰ ਆਜ਼ਾਦ ਹੋਇਆ ਨੂੰ। ਕਿਹਾ ਜਾਂਦਾ ਕਿ ਦੇਸ਼ ਜਿਹੜਾ ਹੈਗਾ ਉਹ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ ਪਰ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਦੇਸੀ ਵੀ ਤਾਂ ਸਹੀ ਨਾ ਆਮ ਲੋਕਾਂ ਨੂੰ ਨਜ਼ਰ ਵੀ ਤਾਂ ਆਵੇ ਨਾ। ਹੁਣ ਅਲਤਾਫ ਦੇ ਨਾਲ ਜੋ ਕੁਛ ਵਾਪਰਿਆ ਅਲਤਾਫ ਕਿਉਂਕਿ ਮੁਸਲਮਾਨ ਹੈ ਇਸ ਕਰਕੇ ਵਾਪਰ ਗਿਆ। ਇਹ ਵੀ ਇੱਕ ਗੱਲ ਜਿਹੜੀ ਆ ਸਵਾਲ ਹੈ ਇਹਦਾ ਵੀ ਡੂੰਘਾਈ ਦੇ ਨਾਲ ਇਹਦੇ ਤੇ ਵੀ ਵਿਚਾਰ ਹੋਣੀ ਚਾਹੀਦੀ ਹੈ ਵੀ ਕੀ ਉਹ ਗਰੀਬ ਹੈ ਇਸ ਕਰਕੇ ਉਹਦੇ ਨਾਲ ਇਹ ਸਾਰਾ ਕੁਝ ਵਾਪਰ ਗਿਆ। ਕੀ ਜਿਹੜੇ ਦੂਜੀ ਧਿਰ ਵਾਲੇ ਲੋਕ ਸੀਗੇ ਕੀ ਉਹ ਇਹ ਚਾਹੁੰਦੇ ਸੀਗੇ ਕਿ ਇਹ ਕਿਸੇ ਹੋਰ ਧਰਮ ਦਾ ਹੈਗਾ ਜਿਹਨੂੰ ਅਸੀਂ ਬਰਦਾਸ਼ਤ ਹੀ ਨਹੀਂ ਕਰਦੇ ਹੈਗੇ। ਕੀ ਇੰਨੀ ਜ਼ਿਆਦਾ ਨਫ਼ਰਤ ਸੀਗੀ ਵੀ ਨਫ਼ਰਤ ਦੀ ਵਜ੍ਹਾ ਕਰਕੇ ਆਪਣੀ ਕੁੜੀ ਨੂੰ ਤਾਂ ਫਿਰ ਛੱਡ ਦਿੱਤਾ ਜਾਂਦਾ ਹੈਗਾ ਔਰ ਜਿਹੜਾ ਦੂਜਾ ਹੈਗਾ ਵੀ ਉਹਨੂੰ ਮਰਵਾ ਦਿੱਤਾ ਜਾਂਦਾ ਹੈਗਾ ਜਾਂ ਮਾਰ ਦਿੱਤਾ ਜਾਂਦਾ ਹੈਗਾ। ਸੋ ਇਹ ਕੁਝ ਸਵਾਲ ਹੈਗੇ ਨੇ ਇਹਨਾਂ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜਾਂਚ ਕੌਣ ਕਰੇਗਾ? ਪੱਤਰਕਾਰ ਆਪਣੀ ਗੱਲ ਕਰ ਸਕਦਾ ਹੈਗਾ ਰਿਪੋਰਟਰ ਜਿਹੜਾ ਹੈਗਾ ਉਹ ਰਿਪੋਰਟਿੰਗ ਕਰ ਸਕਦਾ ਵੀ ਆਹ ਕੁਝ ਵਾਪਰਿਆ। ਇੱਕ ਜਿਹੜਾ ਪੁਲਿਸ ਆਫੀਸਰ ਜਿਹਨੇ ਜਾਂਚ ਕਰਨੀ ਹੈਗੀ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜੇ ਜੱਜ ਸਾਹਿਬ ਨੇ ਜਦੋਂ ਰਿਪੋਰਟ ਜਾਏਗੀ ਜੱਜ ਸਾਹਿਬ ਉਹ ਵੀ ਵੇਖਣਗੇ ਉਹ ਵੀ ਵੇਖਣ ਵੀ ਕੀ ਇਹ ਹੋ ਸਕਦਾ ਕੀ ਇਹ ਸੰਭਵ ਹੈ ਕਿ 2 ਫੁੱਟ ਜ਼ਮੀਨ ਤੋਂ ਉੱਚੀ ਟੂਟੀ ਹੋਵੇ ਔਰ ਉਹਦੇ ਨਾਲ ਕੋਈ ਆਪਣੀ ਜੈਕਟ ਦੀ ਡੋਰੀ ਬੰਨ੍ਹ ਕੇ ਤੇ ਉਹਦੇ ਨਾਲ ਕੋਈ ਸੁਸਾਈਡ ਕਰ ਸਕਦਾ। ਸੋ ਬਹੁਤ ਕੁਝ ਹੈਗਾ ਜਾਂਚ ਦਾ ਵਿਸ਼ਾ ਹੈਗਾ ਜਿਹਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਇਆ ਹੈਗਾ ਕਿ ਫਾਂਸੀ ਹੋਈ ਹੈ ਪਰ ਫਾਂਸੀ ਕਿਵੇਂ ਹੋਈ ਹੈ ਆਪਣੇ ਆਪ ਹੀ ਉਹਨੇ ਸਾਰਾ ਕੁਝ ਇਹ ਕੀਤਾ ਉਸ ਨੌਜਵਾਨ ਨੇ ਜਾਂ ਕੀ ਨਹੀਂ ਹੈਗਾ ਜੋ ਵੀ ਹੈਗਾ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਗੰਭੀਰਤਾ ਦੇ ਨਾਲ ਜਾਂਚ ਕਰਨੀ ਹੈ ਉਹਨਾਂ ਦੇ ਵਿੱਚ ਇਮਾਨਦਾਰੀ ਹੋਣੀ ਬੜੀ ਜ਼ਰੂਰੀ ਹੈ। ਸੋ ਵੇਖਣਾ ਹੋਊਗਾ ਕਿ ਕੋਈ ਇਦਾਂ ਦਾ ਵਕੀਲ ਕੋਈ ਇਦਾਂ ਦੇ ਪੁਲਿਸ ਆਫੀਸਰ ਜਾਂ ਕੋਈ ਇਦਾਂ ਦੇ ਜੱਜ ਸਾਹਿਬਾਨ ਟੱਕਰਦੇ ਨੇ ਅਲਤਾਫ ਦੇ ਪਰਿਵਾਰ ਨੂੰ ਜਿਹੜੇ ਕਿ ਉਹ ਆਪਣੇ ਬੱਚੇ ਦੀ ਮੌਤ ਦਾ ਇਨਸਾਫ ਮਿਲ ਸਕੇ ਜਾਂ ਕੀ ਇਦਾਂ ਹੋਏਗਾ ਕਿ ਜਿਹੜੀ ਅਸਲ ਵਜ੍ਹਾ ਹੈਗੀ ਆ ਅਸਲ ਅਲਤਾਫ ਦੇ ਮੌਤ ਦੀ ਵਜ੍ਹਾ ਹੈਗੀ ਆ ਤੇ ਉਹ ਸਾਹਮਣੇ ਆਏਗੀ। ਦੇਖਣਾ ਹੋਊਗਾ ਆਉਂਦੇ ਦਿਨਾਂ ਦੇ ਵਿੱਚ। ਵੈਸੇ
ਮੈਂ ਬੇਨਤੀ ਕਰਾਂ ਜਿਵੇਂ ਕਾਂਗਰਸ ਪਾਰਟੀ ਉੱਥੇ ਵਿਰੋਧੀ ਧਿਰ ਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਇਦਾਂ ਹੀ ਅਸਦੁੱਦੀਨ ਓਵੈਸੀ, ਕਿਉਂਕਿ ਉਹ ਖੁਦ ਵੀ ਮੁਸਲਮਾਨ ਹੈਗੇ ਨੇ, ਉਹਨਾਂ ਨੇ ਵੀ ਇਹ ਗੱਲ ਆਖੀ, ਉਹਨਾਂ ਨੇ ਮੁਸਲਮਾਨ ਦਾ ਵੀ ਜ਼ਿਕਰ ਕੀਤਾ ਹੈਗਾ ਕਿ ਕਿਉਂਕਿ ਉਹ ਮੁਸਲਮਾਨ ਹੈ, ਕਿਉਂਕਿ ਉਹ ਗਰੀਬ ਹੈ, ਇਸ ਕਰਕੇ ਇਹ ਸਾਰਾ ਕੁਝ ਵਾਪਰਿਆ। ਅਸਦੁੱਦੀਨ ਓਵੈਸੀ ਦਾ ਵੀ ਇਹੀ ਕਹਿਣਾ ਹੈਗਾ ਕਿ ਇਹ ਮਾਮਲਾ ਸੁਸਾਈਡ ਦਾ ਨਹੀਂ, ਇਹ ਮਾਮਲਾ ਕਤਲ ਦਾ है। सुनते जाओ असदुद्दीन ओवैसी होना का की कहना है। देखिए, एक बात हमको बताइए कि क्या कोई 4 फीट की नल की टूटी से कोई अपने आप को जो उसके कपड़े में जो वो था वो निकाल कर खुदकुशी कर सकता है क्या? कैसे खुदकुशी करेगा? कौन बिलीव करेगा उसको? भाई 4 फीट पर नल की टूटी है और उसके हुड में क्या धागा निकाल कर खुदकुशी कोई कर सकता है क्या? आप उसको मार सकते हैं, उससे किसी का गला घोंट सकते हैं और पुलिस कस्टडी में मर जाता है, तो किस बात के लिए सस्पेंड किया गया? उनको तो अरेस्ट होना चाहिए। उसको बस लड़के का मर्डर हुआ है पुलिस स्टेशन में, वो उसकी इज्जत इसलिए नहीं की जा रही क्योंकि गरीब है और मुसलमान है। पुलिस स्टेशन में किसी का आप बोलते हैं कि टॉयलेट में 5 फीट के नल की टूटी को लगाकर खुदकुशी कर सकता है कोई? क्या हिमाकत कर रहे हैं? झूठ पे झूठ बोले जा रहे हैं। बल्कि कासगंज की पुलिस को तो किताब लिखनी चाहिए कैसे पुलिस स्टेशन में किसको मारा जा सकता है और खुदकुशी कह दो उसको। भाई, ये गुप्ता साहब को गोरखपुर की होटल में पुलिस ने मारा तो मुख्यमंत्री उनके पीड़ित परिवार के पास पहुंच गए, उनको 50 लाख रुपए का चेक दे दिया। अखिलेश पहुंच गए, 21 लाख का चेक दे दिया। अभी अल्ताफ के पास कोई नहीं जाएगा, पूछेगा नहीं अल्ताफ को क्या इंसान की जान की कीमत क्या मजहब की बुनियाद पर होगी? गरीब है तो गरीब है, पुलिस की कस्टडी में मारा गया तो उनको अरेस्ट करना चाहिए, अरेस्ट करके उनको गिरफ्तार करना चाहिए। सस्पेंड करेंगे, बाद में बहाल कर देंगे उनको महीने भर के बाद। एक बाप ने अपने बेटे को खो दिया और ये तो आपने बाप को डराकर स्टेटमेंट ले लिया उससे। नहीं, उनके पिता का कहना अरे है पिता, कि अरे भाई से संतुष्ट है पुलिस, क्या संतुष्ट है? अरे आप भाई, आप ऐसा कहना है कि डॉक्टर क्या, ने कौन मुझसे सा कहा क्या कि डर? उन्होंने खुद से- कौन डॉक्टर झूठ कह रहे हैं क्या? पोस्टमार्टम की रिपोर्ट इतनी ज्यादा आती नहीं है, हमको थोड़ा तजुर्बा है। पीएमआर की रिपोर्ट के फौरन आ जाएगी, पीएमआर की रिपोर्ट आएगी और पुलिस कस्टडी में। देखिए, एक बात बताइए, ऊपर वाले ने हम सबको दिमाग दिया है ना, कोई 4.5 फीट के नल की टूटी से लगाकर खुदकुशी कर सकता है कोई? वो बेचारा बाप तो अपने बेटे को खो दिया, उसको डराया उन्होंने, डराकर उसके स्टेटमेंट ले लिया उसका। तो अब आप क्या चाहते हैं इस मामले में? हम ये चाहते हैं कि जिस तरह गोरखपुर में गुप्ता साहब को मारा गया और उसके बाद फौरन मुख्यमंत्री वहां पर पहुंचे, पुलिस ऑफिसर को ना से सस्पेंड किया, वो अरेस्ट हुए। भाई, आप इस पर क्यों नहीं कर रहे हैं? क्यों उनको गिरफ्तार नहीं कर रहे हैं? क्या इंक्वायरी करेगी पुलिस? क्या एसपी इंक्वायरी करेगा? एसपी तो क्लीन चिट दे चुका है उनको कि वो तो खुदकुशी कर लिया, तो क्या इंक्वायरी करेंगे आप? और किसको बेवकूफ बना रहे हैं? ये कवर अप कर रहे हैं। उसका मर्डर हुआ उस लड़के का, अल्ताफ का, पुलिस स्टेशन में।